ਪ੍ਰੈਸ ਨੋਟ ਅੱਜ ਮੀਡੀਆ ਦੇ ਸਾਹਮਣੇ ਰੱਖਿਆ ਔਰ ਇਹਦੇ ਵਿੱਚ ਤੁਸੀਂ ਇਹ ਕਿਹਾ ਕਿ ਇਹ ਪ੍ਰੈਸ ਨੋਟ ਹੈ ਜਿਹੜਾ ਜਥੇਦਾਰ ਹਵਾਰਾ ਹਰਾਂ ਦਾ ਜਿਹੜਾ ਸੰਦੇਸ਼ ਹੈ, ਤਾਂ ਕੀ ਸੰਦੇਸ਼ ਹੈ? ਸਭ ਤੋਂ ਪਹਿਲਾਂ ਤਾਂ ਸੰਗਤ ਨੂੰ ਉਹਨਾਂ ਵੱਲੋਂ ਬੁਲਾਈ ਫਤਿਹ ਕਬੂਲ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਹਿਯੋਗ ਸਾਡਾ ਦਿੱਤਾ ਜਾ ਰਿਹਾ, ਉਹ ਸਾਰੇ ਹੀ ਜਾਣਕਾਰੀ ਉਹਨਾਂ ਨੂੰ ਦਿੱਤੀ ਗਈ। ਸੋ ਭਾਈ ਸਾਹਿਬ ਬਹੁਤ ਖੁਸ਼ ਹੋਏ ਇਸ ਗੱਲ ਬਾਰੇ, ਜਦੋਂ ਅਸੀਂ ਸਾਰੀ ਉਹਨਾਂ ਨੂੰ ਦੱਸਿਆ ਤੇ ਉਹ ਬਹੁਤ ਖੁਸ਼ ਹੋਏ ਇਹਨਾਂ ਬਾਰੇ। ਫਿਰ ਉਹਨਾਂ ਨੇ ਮੈਨੂੰ ਕੁਝ ਮੈਸੇਜ ਦਿੱਤੇ ਕਿ ਸਭ ਤੋਂ ਖਾਸ ਮੈਸੇਜ ਇਹ ਸੀਗਾ ਕਿ ਤੁਸੀਂ ਜਿਹੜੀ ਸਾਰੇ ਮੋਰਚੇ ਨੂੰ, ਪ੍ਰਬੰਧਕਾਂ ਨੂੰ ਅਤੇ ਸੰਗਤ ਨੂੰ ਅਤੇ ਜਿਹੜੇ ਆ ਰਹੇ ਬੁਲਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਕੀਤੀ ਜਾਵੇ ਕਿ ਜਿਹੜੇ 4 ਮੁੱਦੇ ਨੇ, ਜਿਹੜੇ ਮੁੱਦਿਆਂ ਤੇ ਅਸੀਂ 7 ਤਰੀਕ ਨੂੰ ਅਤੇ 7 ਤਰੀਕ ਤੋਂ ਪਹਿਲਾਂ ਸੰਗਤ 'ਚ ਲੈ ਕੇ ਗਏ ਸੀਗੇ, ਉਹਨਾਂ ਮੁੱਦਿਆਂ ਤੇ ਹੀ ਰਹੇ ਜਾਵੇ। ਸੋ ਉਹਨਾਂ ਨੇ ਬੇਨਤੀ ਕੀਤੀ, ਸੰਗਤ ਨੂੰ ਵੀ ਇਹ ਬੇਨਤੀ ਕੀਤੀ ਹੈ। ਮੈਂ ਉਹਨਾਂ ਦਾ ਹੁਕਮ ਸਮਝਦਾ, ਪਰ ਉਹਨਾਂ ਨੇ ਬੇਨਤੀ ਕੀਤੀ ਹੈ ਸੰਗਤ ਨੂੰ ਕਿ ਜੋ ਵੀ ਮਹਾਰਾਜ ਦੀ ਹਜ਼ੂਰੀ ਵਿੱਚ ਜੋ ਵੀ ਆਉਂਦਾ ਹੈ, ਕਿਸੇ ਵੀ ਤਰ੍ਹਾਂ ਦਾ ਆਉਂਦਾ, ਜੇ ਕਿਸੇ ਨੂੰ ਕੋਈ ਆਪੱਤੀ ਹੈ ਕਿਸੇ ਦੇ ਖਿਲਾਫ, ਜੇ ਕਿਸੇ ਦੇ ਖਿਲਾਫ ਕੋਈ ਕਿਸੇ ਨੂੰ ਵਿਰੋਧ ਹੈਗਾ, ਤਾਂ ਉਹ ਆਣ ਕੇ ਪ੍ਰਬੰਧਕਾਂ ਨਾਲ ਗੱਲ ਕੀਤੀ ਜਾਵੇ ਤਾਂ ਉਹਨਾਂ ਨਾਲ ਆਪਾਂ ਬੈਠ ਕੇ, ਤਾਂ ਕਿ ਵਿਰੋਧ ਦਾ ਦੂਰੀ ਹੋ ਸਕੇ ਔਰ ਮਹਾਰਾਜ ਦੀ ਹਜ਼ੂਰੀ 'ਚ ਐਸਾ ਨਾਅਰੇਬਾਜ਼ੀਆਂ, ਹੁੱਲੜਬਾਜ਼ੀ ਨਾ ਕੀਤੀ ਜਾਵੇ। ਸਤਿ ਸ਼੍ਰੀ ਅਕਾਲ ਜੀ, ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨਪ੍ਰੀਤ ਸਿੰਘ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਲੱਗਿਆ ਹੋਇਆ ਔਰ ਕੌਮੀ ਇਨਸਾਫ ਮੋਰਚੇ ਦਾ ਅੱਜ 24ਵਾਂ ਦਿਨ ਹੈ। ਅੱਜ ਕੌਮੀ ਇਨਸਾਫ ਮੋਰਚੇ ਦੀ ਲੀਡਰਸ਼ਿਪ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਔਰ ਉਸ ਦੇ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਔਰ ਉਹਨਾਂ ਦੇ ਨਾਲ ਹੋਰ ਜਿਹੜੇ ਬੰਦੀ ਸਿੰਘ ਨੇ, ਉਹਨਾਂ ਦਾ ਸੰਦੇਸ਼ ਹੈ ਉਹ ਵੀ ਜਿਹੜਾ ਸੰਗਤ ਦੇ ਨਾਲ ਸਾਂਝਾ ਕੀਤਾ ਜਾਂਦਾ। ਤਾਂ ਉਹਨਾਂ ਦੇ ਵਕੀਲ ਸਾਡੇ ਨਾਲ ਨੇ, ਜਥੇਦਾਰ ਹਵਾਰਾ ਦੇ ਜਿਹੜੇ ਵਕੀਲ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ, ਸਭ ਤੋਂ ਪਹਿਲਾਂ ਤਾਂ ਮੈਂ ਚਾਹੂੰਗਾ ਤੁਸੀਂ ਆਪਣਾ ਨਾਮ ਜ਼ਰੂਰ ਇੱਕ ਵਾਰ ਦੱਸ ਦਿਓ। ਗੁਰਸ਼ਰਨ ਸਿੰਘ ਢਾਲੀਵਾਲੀ। ਤੁਸੀਂ ਮੁਲਾਕਾਤ ਕਰਕੇ ਆਏ ਹੋ ਜੀ। ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਮੈਂ ਕਹਾਂਗਾ ਕਿ ਜਿਹੜਾ ਤੁਸੀਂ ਪ੍ਰੈਸ ਨੋਟ ਅੱਜ ਮੀਡੀਆ ਦੇ ਸਾਹਮਣੇ ਰੱਖਿਆ ਔਰ ਇਹਦੇ ਵਿੱਚ ਤੁਸੀਂ ਇਹ ਕਿਹਾ ਕਿ ਇਹ ਪ੍ਰੈਸ ਨੋਟ ਹੈ ਜਿਹੜਾ ਜਥੇਦਾਰ ਹਵਾਰਾ ਹਰਾਂ ਦਾ ਜਿਹੜਾ ਸੰਦੇਸ਼ ਹੈ, ਤਾਂ ਕੀ ਸੰਦੇਸ਼ ਹੈ? ਸਭ ਤੋਂ ਪਹਿਲਾਂ ਤਾਂ ਸੰਗਤ ਨੂੰ ਉਹਨਾਂ ਵੱਲੋਂ ਬੁਲਾਈ ਫਤਿਹ ਕਬੂਲ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਸੇਜ ਉਹਨਾਂ ਨੇ, ਮੈਂ ਕੱਲ੍ਹ ਉਹਨਾਂ ਨੂੰ ਜਦੋਂ ਮਿਲਿਆ, ਉਹਨਾਂ ਬਾਰੇ, ਆਪਣੇ ਮੋਰਚੇ ਬਾਰੇ ਮੈਂ ਉਹਨਾਂ ਨੂੰ ਸਾਰੀ ਜਾਣਕਾਰੀ ਦਿੱਤੀ। 7 ਤਰੀਕ ਤੋਂ ਲੈ ਕੇ ਅੱਜ ਦਿਨ ਤੱਕ ਜਿੰਨੀ ਜਾਣਕਾਰੀ ਸੀ ਸਾਰੀ ਦਿੱਤੀ ਗਈ। ਜਿਵੇਂ ਸੀਗਾ ਕਿ ਪਹਿਲੇ ਦਿਨ ਅਸੀਂ ਇੰਨੇ ਜਾਣੇ ਸੀਗੇ, 50 ਤੋਂ 60 ਜਾਣੇ ਰਾਤ ਨੂੰ ਸੀ, 150-200 ਜਾਣਾ ਨੈਕਸਟ ਡੇ ਸੀਗਾ, 400-500 ਜਾਣੇ ਮਤਲਬ ਦਿਨ 'ਚ ਇਕੱਠੇ ਹੋ ਸਕਦੇ ਸੀਗੇ। ਜਿਵੇਂ ਉਹਨਾਂ ਨੇ ਦੱਸਿਆ ਕਿ ਮੈਂ ਦਿਨ ਬਰ ਦਿਨ ਲੋਕ ਸੰਗਤ ਇੱਥੇ ਵੱਧ ਰਹੀ ਹੈ, ਉਤਸ਼ਾਹ ਉਹਨਾਂ ਦਾ ਦੇਖਿਆ ਕਿ ਯੂਥ ਦਾ ਉਤਸ਼ਾਹ ਬਹੁਤ ਜ਼ਿਆਦਾ, ਟਰਾਲੀਆਂ ਦਿਨ ਪਰ ਦਿਨ ਵਧੀ ਜਾ ਰਹੀਆਂ, ਲੋਕ ਟੈਂਟ ਲੈ ਕੇ ਆ ਰਹੇ ਨੇ। ਟੈਂਟ ਜੋ ਆਪਣੇ ਅਕਾਲ ਯੂਥ ਵੱਲੋਂ ਤੇ ਯੂਨਾਈਟਿਡ ਸਿੱਖ ਵੱਲੋਂ ਤੇ ਇਹਨਾਂ ਵੱਲੋਂ ਜੋ ਸਹਿਯੋਗ ਸਾਡਾ ਦਿੱਤਾ ਜਾ ਰਿਹਾ, ਉਹ ਸਾਰੇ ਹੀ ਜਾਣਕਾਰੀ ਉਹਨਾਂ ਨੂੰ ਦਿੱਤੀ ਗਈ। ਸੋ ਭਾਈ ਸਾਹਿਬ ਬਹੁਤ ਖੁਸ਼ ਹੋਏ ਇਸ ਗੱਲ ਬਾਰੇ, ਜਦੋਂ ਅਸੀਂ ਸਾਰੀ ਉਹਨਾਂ ਨੂੰ ਦੱਸਿਆ ਤੇ ਉਹ ਬਹੁਤ ਖੁਸ਼ ਹੋਏ ਇਹਨਾਂ ਬਾਰੇ। ਉਸ ਤੋਂ ਬਾਅਦ ਕੁਝ ਕੁ ਚੰਦ ਮਿੰਟ ਉਹਨਾਂ ਨਾਲ ਹੋਰ ਮੋਰਚੇ ਬਾਰੇ ਗੱਲਾਂ ਹੋਈਆਂ। ਫਿਰ ਉਹਨਾਂ ਨੇ ਮੈਨੂੰ ਕੁਝ ਮੈਸੇਜ ਦਿੱਤੇ ਕਿ ਸਭ ਤੋਂ ਖਾਸ ਮੈਸੇਜ ਇਹ ਸੀਗਾ ਕਿ ਤੁਸੀਂ ਜਿਹੜੀ ਸਾਰੇ ਮੋਰਚੇ ਨੂੰ, ਪ੍ਰਬੰਧਕਾਂ ਨੂੰ ਅਤੇ ਸੰਗਤ ਨੂੰ ਅਤੇ ਜਿਹੜੇ ਆ ਰਹੇ ਬੁਲਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਕੀਤੀ ਜਾਵੇ ਕਿ ਜਿਹੜੇ 4 ਮੁੱਦੇ ਨੇ, ਜਿਹੜੇ ਮੁੱਦਿਆਂ ਤੇ ਅਸੀਂ 7 ਤਰੀਕ ਨੂੰ ਅਤੇ 7 ਤਰੀਕ ਤੋਂ ਪਹਿਲਾਂ ਸੰਗਤ 'ਚ ਲੈ ਕੇ ਗਏ ਸੀਗੇ, ਉਹਨਾਂ ਮੁੱਦਿਆਂ ਤੇ ਹੀ ਰਹੇ ਜਾਵੇ। ਉਹਨਾਂ ਮੁੱਦਿਆਂ ਤੋਂ ਇਲਾਵਾ ਕੋਈ ਗੱਲ ਨਾ ਕੀਤੀ ਜਾਵੇ। ਜੇ ਕੋਈ ਜਿਹੜੇ ਵੀ ਬੁਲਾਰੇ ਇੱਥੇ ਪਹੁੰਚਦੇ ਨੇ, ਚਾਹੇ ਉਹ ਕਿਸੇ ਵੀ ਜਥੇਬੰਦੀ ਦੇ ਆਗੂ ਹੋਣ ਜਾਂ ਕਿਸੇ ਵੀ ਸੰਸਥਾ ਦੇ ਨਾਲ ਜਿਹੜੇ ਸੰਬੰਧਿਤ ਹੋਣ, ਉਹਨਾਂ ਨੂੰ ਉਹਨਾਂ ਮੁੱਦਿਆਂ ਤੱਕ ਸੀਮਿਤ ਰਹਿਣ ਦੀ ਲਈ ਕਿਹਾ ਗਿਆ। ਤਾਂ ਉਹ ਮੁੱਦੇ ਕੀ ਨੇ? ਜਿਹੜੇ 4 ਮੁੱਦੇ ਨੇ, ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਸਤੇ ਇਨਸਾਫ, ਬਾਈਬਲ ਕਲਾ ਤੇ ਦੂਜਾ ਕੋਟਕਪੂਰਾ ਗੋਲੀਕਾਂਡ ਵਾਸਤੇ, 328 ਸਰੂਪ ਜਿਹੜੇ ਲਾਪਤਾ ਹੋਏ ਨੇ ਉਹਨਾਂ ਦੀ ਜਾਣਕਾਰੀ ਲੈਣ ਵਾਸਤੇ ਉਹਨਾਂ ਦਾ ਇਨਸਾਫ, ਅਤੇ ਚੌਥਾ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ। ਇਹ 4 ਮੁੱਖ ਮੁੱਦਾ ਜੀ, ਬੰਦੀ ਸਿੰਘਾਂ ਦੀ ਰਿਹਾਈ। ਤਾਂ ਫਿਰ ਤੁਸੀਂ ਜਾ ਕੇ ਆਏ ਹੋ ਔਰ ਮਿਲ ਕੇ ਆਏ ਹੋ, ਉਹਨਾਂ ਨੇ ਕੁਝ ਜਿਹੜੇ ਤੁਹਾਨੂੰ ਹੋਰ ਵੀ ਜਿਹੜੀਆਂ ਇੰਸਟਰਕਸ਼ਨਸ ਕੀ ਦਿੱਤੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ 26 ਜਨਵਰੀ ਦਾ ਪ੍ਰੋਗਰਾਮ ਸੀ, ਵੱਡਾ ਪ੍ਰੋਗਰਾਮ ਸੀ, ਪੈਦਲ ਰੋਸ ਮਾਰਚ ਦਾ ਜਿਹੜਾ ਪ੍ਰੋਗਰਾਮ ਸੀਗਾ, ਇਸ ਤਰ੍ਹਾਂ ਦੀਆਂ ਕੋਈ ਕਾਲਸ ਦੇਣ ਦੇ ਲਈ ਵੀ ਕਿਹਾ ਗਿਆ ਕਿ ਜੀ ਸੰਗਤ ਦੇ ਵੱਡੇ ਇਕੱਠ ਕੀਤੇ ਜਾਣ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਐਕਸ਼ਨ ਪ੍ਰੋਗਰਾਮ ਦਿੱਤੇ ਜਾਣ? ਨਹੀਂ, ਹਜੇ ਉਹਨਾਂ ਨੇ ਆਪਦੇ ਵੱਲੋਂ ਕੋਈ ਐਸਾ ਨਹੀਂ ਕਿਹਾ। ਉਹਨਾਂ ਨੇ ਇਹ ਕਿਹਾ ਕਿ ਜੋ ਮੈਸੇਜ ਕੱਲ੍ਹ ਨੂੰ ਕਰਨਾ ਹੈ ਜਾਂ ਕੋਈ ਐਕਸ਼ਨ ਆਪਾਂ ਲੈਣਾ ਹੈ ਜਾਂ ਕੋਈ ਪ੍ਰੋਗਰਾਮ ਸੰਗਤ ਨੂੰ ਦੇਣਾ ਹੈ, ਤਾਂ ਪਹਿਲਾਂ ਕਮੇਟੀ ਵੱਲੋਂ ਗੱਲ ਕੀਤੀ ਜਾਵੇ, ਆਪਸ 'ਚ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਜਾਵੇ ਆਪਸ 'ਚ, ਸੋ ਮੈਸੇਜ ਉਹਨਾਂ ਤੱਕ ਪਹੁੰਚ ਜੂਗਾ।
ਉਸ ਤੋਂ ਬਾਅਦ ਉਹ ਜਿਹੜਾ ਵੀ ਪ੍ਰੋਗਰਾਮ ਸਾਰਿਆਂ ਵਾਲੇ ਸਹਿਮਤੀ ਨਾਲ ਜਿਹੜਾ ਵੀ ਹੋਊਗਾ ਉਹ ਦਿੱਤਾ ਜਾਊਗਾ, ਸੰਗਤ ਨੂੰ ਦੇ ਦਿੱਤਾ ਜਾਊਗਾ। ਸੋ ਮੇਨ ਉਹਨਾਂ ਨੇ ਜੋ ਮੈਸੇਜ ਦਿੱਤਾ, ਮੈਸੇਜ ਇਹੀ ਹੈ ਕਿ ਜਿਹੜੇ 4 ਮੁੱਦੇ ਨੇ ਉਸ ਤੋਂ ਇਲਾਵਾ ਜੇ ਕੋਈ ਵੀ ਗੱਲ ਕਰਦਾ, ਸਟੇਜ ਤੋਂ ਕੋਈ ਵੀ ਗੱਲ ਕਰਦਾ ਤਾਂ ਉਹਨਾਂ ਦਾ ਨਿੱਜੀ ਵਿਚਾਰ ਹੋਣਗੇ, ਇਸ ਮੋਰਚੇ ਵੱਲ ਦੇ ਨਾਲ ਉਹਦਾ ਕੋਈ ਸੰਬੰਧਿਤ ਨਹੀਂ ਹੋਊਗਾ। ਤੇ ਜੇ ਕੋਈ ਜੇ ਫਿਰ ਵੀ ਨਹੀਂ ਹਟ ਰਿਹਾ ਤਾਂ ਉਹਨੂੰ ਤੁਸੀਂ ਆਪਣੇ ਪ੍ਰਬੰਧਕਾਂ ਵੱਲੋਂ ਉਹਨਾਂ ਰੋਕਿਆ ਜਾਵੇ ਤਾਂ ਕਿ ਸੰਗਤ 'ਚ ਕੋਈ ਨੈਗੇਟਿਵਿਟੀ ਗੱਲ ਨਾ ਫੈਲੇ। ਪਿਛਲੇ ਦਿਨੀ ਜਿਹੜੇ SGPC ਦੇ ਮੁਖੀ ਨੇ ਐਡਵੋਕੇਟ ਧਾਮੀ, ਉਹ ਵੀ ਪਹੁੰਚੇ ਸੀ ਇੱਥੇ, ਤਾਂ ਉਸ ਤੋਂ ਬਾਅਦ ਕੁਝ ਹੋਰ ਲੋਕ ਵੀ ਆਏ ਜਿਨ੍ਹਾਂ ਦੇ ਖਿਲਾਫ ਨਹੀਂ ਤਾਂ ਨਾਅਰੇਬਾਜ਼ੀ ਜ਼ਰੂਰ ਹੋਈ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਨੌਜਵਾਨਾਂ ਦੇ ਵੱਲੋਂ ਸਵਾਲ ਕੀਤਾ ਗਿਆ ਜਾਂ ਜਿਹੜਾ ਕਿਸੇ ਤਰ੍ਹਾਂ ਦਾ ਵੀ ਆਪਣਾ ਵਿਰੋਧ ਆ ਜਿਹੜਾ ਦਰਜ ਕਰਵਾਇਆ, ਉਹਦੇ ਲਈ ਕੀ ਸੰਦੇਸ਼ ਆਇਆ? ਇਹ ਸਭ ਨਿਊਜ਼ ਜਿਹੜੀਆਂ ਹੈਗੀਆਂ ਸੀ ਉਹਨਾਂ ਕੋਲੇ ਪਹਿਲਾਂ ਹੀ ਪਹੁੰਚ ਚੁੱਕੀਆਂ ਸੀ ਨੇ, ਪਰ ਉਹਨਾਂ ਨੇ ਵਿਸਤਾਰ ਨਾਲ ਮੇਰੇ ਨਾਲ ਗੱਲ ਕਰਦੇ ਹੋਏ ਇਹ ਸਾਰੀ ਜਾਣਕਾਰੀ ਲਈ। ਅਸੀਂ ਇਹਨਾਂ ਨੂੰ ਇਹ ਦੱਸਿਆ ਕਿ ਅਸੀਂ ਜਿਹੜੀ ਉਹਨਾਂ ਨੂੰ ਅਗਰਾ ਪਹਿਲਾਂ ਹੀ ਧਾਮੀ ਸਾਹਿਬ ਨੂੰ ਅਸੀਂ ਪਹਿਲਾਂ ਦੱਸ ਚੁੱਕੇ ਸੀਗੇ ਕਿ ਤੁਹਾਡਾ ਸੰਗਤ 'ਚ ਰੋਸ ਹੈਗਾ, ਤੁਸੀਂ ਇੱਥੇ ਨਾ ਆਓ। ਸੋ ਉਹਨਾਂ ਤੱਕ, ਧਾਮੀ ਸਾਹਿਬ ਤੱਕ ਇਹ ਮੈਸੇਜ ਵੀ ਪਹੁੰਚ ਚੁੱਕਿਆ ਸੀਗਾ, ਫਿਰ ਵੀ ਉਹ ਧਾਮੀ ਸਾਹਿਬ ਇੱਥੇ ਪਹੁੰਚੇ। ਉਸ ਤੋਂ ਬਾਅਦ ਜਿਵੇਂ ਕਿ ਸਾਨੂੰ ਪਤਾ ਲੱਗਾ ਕਿ ਮੈਂ ਖੁਦ ਉੱਥੇ ਸੀਗਾ ਅਤੇ ਜਦੋਂ ਉਹਨਾਂ ਨੂੰ ਅਸੀਂ ਗਏ ਹਾਂ ਅਤੇ ਉਹ ਸੰਗਤ ਨਾਲ, ਜਿਵੇਂ ਮੇਰੇ ਜਾਣ ਤੋਂ ਪਹਿਲਾਂ ਮੈਨੂੰ ਇਹ ਪਤਾ ਲੱਗਾ ਕਿ ਉਹ ਧਾਮੀ ਸਾਹਿਬ ਵੀ ਅਗਰੈਸਿਵ ਹੋਏ ਸੰਗਤ ਨਾਲ। ਸੋ ਐਡੇ ਆਪਾਂ ਕਹਿ ਦਈਏ ਕਿ ਐਡੇ ਵੱਡੇ ਇੱਕ ਜਿਹੜੀ ਕਮੇਟੀ ਆ ਉਹਦੇ ਪ੍ਰਧਾਨ ਐਵੇਂ ਇਹੋ ਜਿਹੀਆਂ ਗੱਲਾਂ ਕਰਨ ਤਾਂ ਉਹ ਚੰਗੀ ਗੱਲ ਨਹੀਂ ਹੈਗੀ। ਜੇ ਯੂਥ ਕਰ ਵੀ ਰਿਹਾ, ਯੂਥ ਤਾਂ ਇੱਕ ਕਹਿੰਦੀ ਹੈ ਕਿ ਛੋਟੇ ਨੇ, ਮਤਲਬ ਆਪਾਂ ਕਹਿ ਦਈਏ 20-22 ਸਾਲ 25 ਸਾਲ 30 ਸਾਲ ਤੱਕ ਹੋਣਗੇ। ਸੋ ਇਹ ਜੇ ਉਹ ਐਡਾ ਤਗੜਾ ਇਹੋ ਜਿਹੇ ਐਸੇ ਸਟੈਪ ਲੈ ਰਹੇ ਆ ਅਤੇ ਧਾਮੀ ਸਾਹਿਬ ਨੂੰ ਐਸਾ ਸਟੈਪ ਅੱਗੋਂ ਨਹੀਂ ਲੈਣਾ ਚਾਹੀਦਾ ਸੀਗਾ। ਸੋ ਇੱਕ ਤਾਂ ਇਹ ਗੱਲ ਉਹਨਾਂ ਨੂੰ ਕਲੀਅਰ ਕੀਤੀ ਗਈ ਹੈ। ਉਸ ਤੋਂ ਬਾਅਦ ਜੋ ਬਾਕੀ ਵਿਰੋਧ ਹੋਏ ਨੇ ਉਹਨਾਂ ਬਾਰੇ ਵੀ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜਾ ਵਿਰੋਧ ਹੈ ਜੋ ਸੰਗਤ ਵੱਲੋਂ ਆ। ਸੋ ਉਹਨਾਂ ਨੇ ਬੇਨਤੀ ਕੀਤੀ, ਸੰਗਤ ਨੂੰ ਵੀ ਇਹ ਬੇਨਤੀ ਕੀਤੀ ਹੈ, ਮੈਂ ਉਹਨਾਂ ਦਾ ਹੁਕਮ ਸਮਝਦਾ, ਪਰ ਉਹਨਾਂ ਨੇ ਬੇਨਤੀ ਕੀਤੀ ਹੈ ਸੰਗਤ ਨੂੰ ਕਿ ਜੋ ਵੀ ਮਹਾਰਾਜ ਦੀ ਹਜ਼ੂਰੀ ਵਿੱਚ ਜੋ ਵੀ ਆਉਂਦਾ, ਕਿਸੇ ਵੀ ਤਰ੍ਹਾਂ ਦਾ ਆਉਂਦਾ, ਜੇ ਕਿਸੇ ਨੂੰ ਕੋਈ ਆਪੱਤੀ ਹੈ ਕਿਸੇ ਦੇ ਖਿਲਾਫ, ਜੇ ਕਿਸੇ ਦੇ ਖਿਲਾਫ ਕੋਈ ਕਿਸੇ ਨੂੰ ਵਿਰੋਧ ਹੈਗਾ ਤਾਂ ਉਹ ਆਣ ਕੇ ਪ੍ਰਬੰਧਕਾਂ ਨਾਲ ਗੱਲ ਕੀਤੀ ਜਾਵੇ ਤਾਂ ਉਹਨਾਂ ਨਾਲ ਆਪਾਂ ਬੈਠ ਕੇ, ਤਾਂ ਕਿ ਵਿਰੋਧ ਦਾ ਦੂਰੀ ਹੋ ਸਕੇ ਔਰ ਮਹਾਰਾਜ ਦੀ ਹਜ਼ੂਰੀ 'ਚ ਐਸਾ ਨਾਅਰੇਬਾਜ਼ੀਆਂ ਹੁੱਲੜਬਾਜ਼ੀ ਨਾ ਕੀਤੀ ਜਾਵੇ। ਇਹਦੇ ਨਾਲ ਗੁਰੂ ਮਹਾਰਾਜ ਦਾ ਆਪਾਂ ਸਤਿਕਾਰ ਨਹੀਂ ਸਮਝਾਂਗੇ, ਨਿਰਾਦਰ ਸਮਝਾਂਗੇ ਇਸ ਚੀਜ਼ ਨੂੰ। ਸੋ ਜੇ ਮਹਾਰਾਜ ਨੂੰ ਆਪਾਂ ਉੱਚਾ ਸਮਝਦੇ ਹਾਂ ਤਾਂ ਉੱਥੇ ਪਿਆਰ ਭਾਵਨਾ ਨਾਲ ਹੀ ਇੱਥੇ ਰਹੀਏ ਤਾਂ ਕਿ ਆਪਾਂ ਮਿਲ ਜੁਲ ਕੇ, ਜੋ ਪਹਿਲਾ ਸਾਡਾ ਮਕਸਦ ਹੈ, ਸਭ ਤੋਂ ਪਹਿਲੀ ਗੱਲ ਇਹ ਹੈ ਕਿ ਆਪਾਂ ਸਮੂਹ ਸੰਗਤ ਨੂੰ ਇਕੱਠੇ ਕਰਨਾ, ਇੱਕ ਝੰਡੇ ਥੱਲੇ ਇਕੱਤਰਤਾ ਵਿਖਾਉਣੀ ਹੈ। ਸੋ ਜੇ ਆਪਾਂ ਉਹ ਚੀਜ਼ ਦੇ ਖਿਲਾਫ ਚੱਲਾਂਗੇ, ਆਪਾਂ ਜੇ ਕਿਸੇ ਦਾ ਵਿਰੋਧ ਹੈਗਾ ਵੀ ਹੈ, ਜੇ ਉਹ ਸੰਗਤ ਤੋਂ ਮਾफ़ੀ ਮੰਗ ਕੇ ਆ ਰਿਹਾ ਹੈ ਤਾਂ ਮੇਰਾ ਮੰਨਣਾ ਹੈ ਕਿ ਆਪਾਂ ਉਹਨਾਂ ਨੂੰ ਮਾफ़ ਕਰਕੇ ਮਹਾਰਾਜ ਦੀ ਹਜ਼ੂਰੀ 'ਚ ਉਹਨਾਂ ਨੂੰ ਮਾफ़ੀ ਦੇ ਕੇ, ਸੰਗਤ ਤੋਂ ਮਾफ़ੀ ਦਵਾ ਕੇ ਉਹਨਾਂ ਨੂੰ ਇਕੱਠੇ ਕਰਨਾ ਚਾਹੀਦਾ। ਹੋਰ ਹੈ ਜੀ, ਜਿਹੜਾ ਮੋਹਾਲੀ ਦੇ ਵਿੱਚ ਕੋਈ ਕੇਸ ਹੈ ਜਥੇਦਾਰ ਜਗਤਾਰ ਸਿੰਘ ਹਵਾਰਾ ਹਰਾਂ ਤੇ ਉਹਦਾ ਹਜੇ ਟਰਾਇਲ ਹੀ ਨਹੀਂ ਸ਼ੁਰੂ ਹੋਇਆ, ਉਹਨੂੰ ਲੈ ਕੇ ਕੀ ਅਪਡੇਟ ਹੈ ਜੀ? ਪਿਛਲੀ 12 ਤਰੀਕ ਨੂੰ ਕੇਸ ਸੀਗਾ ਜੀ, ਡੇਟ ਸੀਗੀ। ਸੋ 1998 ਟਰਾਇਲ ਸ਼ੁਰੂ ਹੋ ਚੁੱਕੀ, ਮੈਂ ਦੱਸ ਰਹੀ, ਉਹਨਾਂ ਦੀ 1998 ਦਾ ਕੇਸ ਆ, FIR ਨੰਬਰ 31 ਆ, ਟਰਾਇਲ ਸ਼ੁਰੂ ਆ, ਪਰ ਉਹਦੇ ਚਾਰਜਿਸ ਹਜੇ ਤੱਕ ਫਰੇਮ ਨਹੀਂ ਹੋਏ। ਉਸ ਤੋਂ ਪਹਿਲਾਂ ਇਹ ਗੱਲਾਂ ਵੀ ਇਹ ਆਈਆਂ ਸੀਗੀਆਂ ਕਿ ਹਾਈ ਕੋਰਟ 'ਚ ਇਹ ਆਰਡਰ ਹੋਇਆ ਸੀਗਾ ਕਿ ਉਹ ਫਾਈਲ ਹੀ ਗੁੰਮ ਹੋ ਗਈ ਸੀਗੀ। ਸੋ ਫਾਈਲ ਹੁਣ ਉਸ ਤੋਂ ਬਾਅਦ ਹੁਣ ਇਹਦਾ ਚਾਰਜਿਸ ਫਰੇਮ ਕਰਨੇ ਸੀ, ਜੱਜ ਸਾਹਿਬ ਨੇ ਆਰਡਰ ਕੀਤੇ ਆ, ਅਸੀਂ ਬਹੁਤ ਮੁਸ਼ਕਿਲ ਨਾਲ ਉਹ ਆਰਡਰ ਕਰਵਾਏ ਨੇ ਕਿ ਇਹਨਾਂ ਨੂੰ ਪ੍ਰੋਡਿਊਸ ਕੀਤਾ ਜਾਵੇ, ਇਹਨਾਂ 'ਤੇ ਚਾਰਜਿਸ ਫਰੇਮ ਕੀਤੇ ਜਾਣ। ਪਰ ਪਿਛਲੀਆਂ ਕੁਝ ਤਰੀਕਾਂ ਤੋਂ ਇਹ ਪ੍ਰਸ਼ਾਸਨ ਵੱਲੋਂ ਕਦੀ ਕੋਈ ਐਕਸਕਿਊਜ਼ ਦਿੱਤੀ ਜਾ ਰਹੀ ਹੈ, ਕਦੀ ਕੋਈ ਐਕਸਕਿਊਜ਼ ਦਿੱਤੀ ਜਾ ਰਹੀ ਹੈ ਕਿ ਕਦੀ ਕਹਿ ਰਿਹਾ ਜਾ ਰਿਹਾ ਸਿਕਿਉਰਿਟੀ ਰੀਜਨਸ ਨੇ, ਕਦੀ ਕਹਿ ਰਹੇ ਆ ਕਿ ਸਾਡੇ ਸਿਕਿਉਰਿਟੀ ਪ੍ਰਬੰਧ ਨਹੀਂ ਹੋ ਪਾ ਰਹੇ। ਸੋ ਪਿਛਲੀ ਵਾਰੀ ਜਦੋਂ ਉਹਨਾਂ ਵੱਲੋਂ ਮੈਸੇਜ ਆਰਡਰ ਹੋਇਆ ਸੀ ਕੋਰਟ ਵੱਲੋਂ ਤਾਂ ਉਹਨਾਂ ਨੇ ਬੜਾ ਮਤਲਬ ਲੌਜੀਕਲੀ ਮੈਸੇਜ ਕੋਈ ਅੱਗੋਂ ਰਿਪਲਾਈ ਨਹੀਂ ਦਿੱਤਾ। ਰਿਪਲਾਈ ਇਹ ਆਇਆ ਕਿ ਅਸੀਂ ਈਮੇਲ ਕਰ ਦਿੱਤੀ ਗਈ ਹੈ ਤਿਹਾੜ ਜੇਲ੍ਹ ਨੂੰ, ਜੋ ਕਿ ਆਰਡਰ ਇਹ ਸੀਗਾ SP ਮੋਹਾਲੀ ਨੂੰ ਕਿ ਤੁਸੀਂ ਸਿਕਿਉਰਿਟੀ ਦਾ ਇੰਤਜ਼ਾਮ ਕਰਕੇ ਭਾਈ ਸਾਹਿਬ ਨੂੰ ਜੇਲ੍ਹ ਇੱਥੇ ਲੈ ਕੇ ਆਉਣਾ ਜੇਲ੍ਹ ਤੋਂ ਅਤੇ ਉਹਨਾਂ ਦੇ ਚਾਰਜਿਸ ਫਰੇਮ ਹੋਣਗੇ। ਇਸ ਦੇ ਖਿਲਾਫ ਜੱਜ ਸਾਹਿਬ ਨੇ SP ਨੂੰ ਫਟਕਾਰ ਲਾਉਂਦੇ ਹੋਏ ਇਹ ਵੀ ਕਿਹਾ ਕਿ ਤੁਸੀਂ ਮੈਨੂੰ ਰਿਟਨ 'ਚ ਰਿਪਲਾਈ ਦਿਓਗੇ ਇਹਦਾ, ਔਰ 12 ਤਰੀਕ ਨੂੰ ਸੇਮ ਆਰਡਰ ਦਿੱਤਾ ਗਿਆ। ਬਾਕੀ ਇਹ ਦੇਖਦੇ ਹਾਂ ਕਿ 3 ਫਰਵਰੀ ਨੂੰ ਹੁਣ ਕੀ ਨਿਕਲਦਾ, ਲੈ ਕੇ ਆ ਰਹੇ ਕਿ ਨਹੀਂ ਲੈ ਕੇ ਆ ਰਹੇ। ਉਹਦੇ ਰਿਲੇਟਿਡ ਸਾਡੀ ਪੁਲਿਸ ਨਾਲ ਗੱਲ ਵੀ ਚੱਲ ਰਹੀ ਹੈ, ਪ੍ਰਸ਼ਾਸਨ ਨਾਲ ਗੱਲ ਹੋ ਰਹੀ ਹੈ। ਹਜੇ ਤੱਕ ਸਾਨੂੰ ਇਹ ਕਿਹਾ ਜਾ ਰਿਹਾ ਕਿ ਅਸੀਂ ਲੈ ਕੇ ਆਵਾਂਗੇ, ਪਰ ਦੇਖਦੇ ਹਾਂ ਅੱਗੇ ਜੋ ਗਾਂ ਦਾ ਫਿਊਚਰ ਦੀ। ਇੱਕ ਵਾਰ ਜਾਂਦੇ ਦਰਸ਼ਕਾਂ ਨੂੰ ਇਹ ਜਾਣਕਾਰੀ ਜ਼ਰੂਰ ਦੇ ਕੇ ਜਾਇਓ ਕਿ
ਕਿਹੜੇ ਬੰਦੀ ਸਿੰਘ ਨੇ ਜਿਹੜੇ ਪੈਰੋਲ ਤੇ ਬਾਹਰ ਆ ਸਕਦੇ ਨੇ, ਤਾਂ ਕੀ ਉਹ ਮੋਰਚੇ ਦੇ ਵਿੱਚ ਵੀ ਸ਼ਿਰਕਤ ਕਰਨਗੇ, ਤਾਂ ਉਹਨਾਂ ਦੀ ਪੈਰੋਲ ਨੂੰ ਲੈ ਕੇ ਕੀ ਪੈਰਵਾਈ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ? ਭਾਈ ਗੁਰਮੀਤ ਸਿੰਘ ਜੀ ਤੇ ਭਾਈ ਸ਼ਮਸ਼ੇਰ ਸਿੰਘ ਨੂੰ ਫਰਵਰੀ 'ਚ ਪੈਰੋਲ ਮਿਲਣੀ ਹੈ ਜੀ। ਇਸ ਉਹਨਾਂ ਦੀ ਡੇਟ ਆ ਚੁੱਕੀ ਹੈ। ਸੋ ਮੋਰਚੇ 'ਚ ਆਉਣਗੇ ਜਾਂ ਨਹੀਂ ਆਉਣਗੇ, ਜਾਂ ਕੋਈ ਉਹਨਾਂ ਦੇ ਹਦਾਇਤਾਂ ਲਾ ਦਿੱਤੀਆਂ ਜਾਣ, ਉਹ ਵੱਖਰੀ ਗੱਲ ਆ। ਉਸ 'ਤੇ ਉਹ ਇਹ ਹੈ ਕਿ ਕੰਡੀਸ਼ਨਸ ਨਾ ਲਗਾ ਦਿੱਤੀਆਂ ਜਾਣ। ਪਰ ਦੇਖਣ ਵਾਲੀ ਗੱਲ ਹੈ ਕਿ ਸਾਡੇ ਸਿੰਘਾਂ ਨੂੰ ਅਸੀਂ ਮੋਰਚਾ ਐਡਾ ਵੱਡਾ ਲਾਇਆ, ਅਤੇ ਉੱਥੇ ਜੇ ਉਹ ਇਹ ਲਾ ਰਹੇ ਨੇ, ਜੇ ਉਹਨਾਂ 'ਤੇ ਕੰਡੀਸ਼ਨਸ ਲਾਉਂਦੇ ਨੇ, ਤਾਂ ਬੜੀ ਸ਼ਰਮਨਾਕ ਗੱਲ ਨੇ। ਦੂਸਰੇ ਪਾਸੇ ਆਪਾਂ ਦੇਖੀਏ ਕਿ ਸੌਦਾ ਸਾਧ ਨੂੰ ਇਹਨਾਂ ਨੇ ਸਿਕਿਉਰਿਟੀਜ਼ ਦੇ ਕੇ, ਜੈਡ ਸਿਕਿਉਰਿਟੀ ਦੇ ਕੇ ਐਡਾ ਵੱਡਾ ਪ੍ਰਚਾਰ ਕਰਨ ਦੇ ਆਰਡਰ ਦਿੱਤੇ ਹੋਏ ਆ ਕਿ ਤੁਸੀਂ ਪ੍ਰਚਾਰ ਕਰ ਸਕਦੇ ਹੋ। ਹਾਈ ਸਿਕਿਉਰਿਟੀ ਉਹਨਾਂ ਕੋਲ ਹੈ, ਜੈਡ ਸਿਕਿਉਰਿਟੀ ਨਾਲ ਦਿੱਤੀ ਹੋਈ ਹੈ। ਐਸਾ ਕਿਹੜਾ ਕੈਦੀ ਹੈ, ਐਸਾ ਕਿਹੜਾ ਦੇਸ਼ ਆ ਜਿੱਥੇ ਕੈਦੀਆਂ ਨੂੰ ਸਿਕਿਉਰਿਟੀਆਂ ਦਿੱਤੀਆਂ ਜਾਂਦੀਆਂ, ਉਹਨਾਂ ਨੂੰ ਪੈਰੋਲ ਵਾਸਤੇ ਥਾਂ ਦਿੱਤੀਆਂ ਜਾਂਦੀਆਂ ਕਿ ਤੁਸੀਂ ਉੱਥੇ ਪਹੁੰਚੋ, ਉੱਥੇ ਪ੍ਰਚਾਰ ਕਰੋ ਜਾ ਕੇ। ਪ੍ਰਚਾਰ ਕਾਹਦਾ ਕਰ ਰਿਹਾ? ਰੇਪ ਕਿਵੇਂ ਕੀਤੇ ਜਾਣ, ਮਰਡਰ ਕਿਵੇਂ ਕੀਤੇ ਜਾਣ, ਲੋਕਾਂ ਨੂੰ ਨਪੁੰਸਕ ਕਿਵੇਂ ਕੀਤਾ ਜਾਵੇ, ਇਹ ਪ੍ਰਚਾਰ ਹੋ ਰਿਹਾ। ਔਰ ਉਹ ਸੰਗਤ ਦਾ ਵੀ ਕਿੱਡਾ ਮਤਲਬ, ਜੇ ਉੱਥੇ ਲੋਕ ਪਹੁੰਚ ਰਹੇ ਨੇ, ਉਹ ਕਿੰਨੇ ਅੰਧੇ ਹੋ ਚੁੱਕੇ ਨੇ, ਕਿੰਨੇ ਉਹਨਾਂ ਦੇ ਮਤਲਬ ਅੱਖਾਂ ਬੰਦ ਨੇ ਕਿ ਜੋ ਬੰਦਾ ਰੇਪਿਸਟ ਆ, ਜੋ ਬੰਦਾ ਇੱਕ ਮਰਡਰਰ ਆ, ਤੁਸੀਂ ਉਹਦਾ ਹਜੇ ਵੀ ਪ੍ਰਚਾਰ ਸੁਣ ਰਹੇ ਹੋ। ਸੋ ਮੇਰੀ ਬੇਨਤੀ ਆ, ਉਹਨਾਂ ਲੋਕਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਆਪਦੀਆਂ ਅੱਖਾਂ ਖੋਲ੍ਹੋ। ਇਹ ਕੋਈ ਚੰਗਾ ਮਤਲਬ ਚੰਗਾ ਇਨਸਾਨ ਨਹੀਂ ਹੈਗਾ ਜਿਹਦੇ ਲਈ ਆਪਾਂ ਐਡਾ ਵੱਡਾ ਇਕੱਠ ਕਰਕੇ ਉੱਥੇ ਪਹੁੰਚ ਰਹੇ ਹਾਂ। ਸੋ ਇਹਦਾ ਖਿਲਾਫ ਤਾਂ ਹੋਣੀ ਚਾਹੀਦੀ ਹੈ। ਪਹਿਲੀ ਗੱਲ ਤਾਂ ਕਿੱਡੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ 2022 'ਚ ਇਸ ਤੋਂ ਪਹਿਲਾਂ ਜਿਹੜਾ ਸਾਧ ਆ, ਇਹਨੂੰ ਪੈਰੋਲ ਨਹੀਂ ਮਿਲ ਰਹੀ ਸੀਗੀ। 2022 'ਚ ਹਰਿਆਣਾ ਸਰਕਾਰ ਨੇ ਅਮੈਂਡਮੈਂਟਸ ਕੀਤੀਆਂ, ਰੂਲਸ ਨਵੇਂ ਲੈ ਕੇ ਆਂਦੇ, ਜਿਹਦੇ ਵਿੱਚ ਇਹ ਰੂਲਸ ਅੰਡਰ ਲੈ ਕੇ ਆਂਦਾ ਕਿ ਕੋਈ ਵੀ ਕੈਦੀ ਆ ਉਹ ਪੈਰੋਲ ਲੈ ਸਕਦਾ। ਉਸ ਤੋਂ ਬਾਅਦ ਇਹਨੂੰ ਪੈਰੋਲ ਮਿਲਣੀ ਸ਼ੁਰੂ ਹੋਈ ਹੈ। ਕਿ ਜਦੋਂ ਸਰਕਾਰਾਂ ਨਾਲ ਕਹਿੰਦੇ ਸਰਕਾਰਾਂ ਨਾਲ ਰਲ ਜਾਣ ਨਾ ਕਿਸੇ ਨੂੰ ਬਾਹਰ ਕੱਢਣ ਵਾਸਤੇ, ਤਾਂ ਕਿੱਡਾ ਵੱਡੇ ਸਟੈਪ ਲੈ ਸਕਦੇ। ਦੂਜੇ ਪਾਸੇ ਬੰਦੀ ਸਿੰਘਾਂ ਨੂੰ ਇਹਨਾਂ ਦੇ ਚਾਰਜ ਨਹੀਂ ਫਰੇਮ ਕਰ ਰਹੇ ਕਿ ਦੋ ਚਿਹਰੇ ਸਰਕਾਰਾਂ ਦੇ, ਸੈਂਟਰ ਵੀ ਉੱਥੇ ਹੀ ਸੈਂਟਰ ਹੈ, ਉਹੀ ਬੀਜੇਪੀ ਹੈ, ਦੂਜੀ ਕੀ ਨਾਮ ਆਪਣੇ ਬੀਜੇਪੀ ਹਰਿਆਣਾ 'ਚ ਵੀ ਬੀਜੇਪੀ ਹੈ। ਸੋ ਇਹ ਰਲ ਮਿਲ ਕੇ ਜੋ ਫਿਰ ਉਸ ਤੋਂ ਬਾਅਦ ਇਹ ਆਪਾਂ ਕਹਿ ਦਈਏ ਭਗਵੰਤ ਮਾਨ ਦੀ ਗੱਲ ਕਰ ਲਈਏ, ਇਹ ਸਰਕਾਰ ਆਉਣ ਤੋਂ ਪਹਿਲਾਂ ਇਹ ਕਹਿ ਰਿਹਾ ਸੀਗਾ ਕਿ ਬੰਦੀ ਸਿੰਘਾਂ ਨੂੰ ਬਾਹਰ ਲਿਆਉਣਾ। ਸਾਡੇ ਬੰਦੀ ਸਿੰਘ ਬੜੇ ਸਾਲਾਂ ਤੋਂ ਜੇਲ੍ਹਾਂ ਪੂਰੀਆਂ ਕਰ ਚੁੱਕੇ ਨੇ, ਅੰਦਰ ਬੈਠੇ ਨੇ। ਇੱਥੇ 7 ਤਰੀਕ ਤੋਂ ਇੱਥੇ ਬੈਠਾ ਹੋਇਆ, ਪਿਛਲੇ 8-9 ਮਹੀਨਿਆਂ ਤੋਂ ਉਹਦੀ ਸਰਕਾਰ ਹੈ। 7 ਤਰੀਕ ਤੋਂ ਇੱਥੇ ਆਣ ਕੇ ਲੋਕ ਬੈਠੇ ਆ, ਸੜਕਾਂ 'ਤੇ ਬੈਠੇ ਨੇ, ਇੰਨੀ ਠੰਡ ਹੈ ਰਾਤ ਨੂੰ। ਇਹ ਉਦਣ ਤਾਂ ਇੱਕ ਵੀ ਜਾਣਾ ਇਹਨੇ ਆਪਦਾ ਕੋਈ ਬੰਦਾ ਨਹੀਂ ਭੇਜਿਆ, ਕੋਈ ਨੁਮਾਇੰਦਾ ਨਹੀਂ ਭੇਜਿਆ ਇੱਥੇ ਗੱਲ ਕਰਨ ਵਾਸਤੇ। ਹੁਣ ਮੈਂ ਭਗਵੰਤ ਮਾਨ ਨੂੰ ਇਹ ਸੀ ਪੁੱਛਣਾ, ਸੰਗਤ ਵੱਲੋਂ ਪੁੱਛਣਾ ਚਾਹੁੰਦੇ ਕਿ ਹੁਣ ਤੇਰੀਆਂ ਅੱਖਾਂ ਬੰਦ ਨੇ, ਹੁਣ ਨਹੀਂ ਤੂੰ ਖੋਲ੍ਹ ਸਕਦਾ, ਕਿ ਹੁਣ ਤੈਨੂੰ ਦਿਖਦਾ ਨਹੀਂ ਪਿਆ ਕਿ ਤੇਰੇ ਬਰੂਹਾਂ 'ਤੇ ਆਣ ਕੇ ਲੋਕ ਬੈਠੇ ਹੋਏ ਆ, ਅਤੇ ਤੂੰ ਇੱਕ ਵਾਰੀ ਵੀ ਆਣ ਕੇ, ਪਹਿਲਾਂ ਇਹ ਕਹਿੰਦਾ ਹੁੰਦਾ ਸੀਗਾ ਕਿ ਲੀਡਰਾਂ ਨੂੰ ਲੋਕਾਂ ਦੇ ਵਿੱਚ ਵਿਚਾਰ ਕੇ ਬਹਿਣਾ ਚਾਹੀਦਾ, ਉਹਨਾਂ ਨਾਲ ਬਹਿ ਕੇ ਗੱਲ ਕਰਨੀ ਚਾਹੀਦੀ ਆ, ਇੱਥੇ ਆਵੇ। ਹੁਣ ਵੀ ਤਾਂ ਸੰਗਤ ਬੈਠੀ ਆ ਸੜਕਾਂ 'ਤੇ, ਹੁਣ ਸੰਗਤ ਬੈਠੀ ਆ, ਅਤੇ ਇਹਦੇ ਨਾਲ ਗੱਲ ਕਰੇ, ਆਣ ਕੇ ਬਹਿ ਕੇ ਇਹਨਾਂ ਦੇ ਜੋ ਦੁੱਖ ਆ ਉਹ ਪੁੱਛੇ। ਹਾਂ ਇਹਦੇ ਮੈਂ ਤਾਂ ਇੱਥੋਂ ਤੱਕ ਇਹਦੇ ਬਿਆਨ ਸੁਣਿਆ ਕਿ ਇਹ ਕਹਿੰਦੇ ਕਿ ਇਹਨਾਂ ਦਾ ਤਾਂ ਲੋਕਾਂ ਦਾ ਤਾਂ ਕੰਮ ਹੀ ਕਹਿੰਦੇ ਧਰਨੇ ਲਾਉਣੇ ਆ। ਜਦੋਂ ਉੱਠਦੇ ਆ, ਕੋਈ ਗੱਲ ਹੁੰਦੀ ਛੋਟੀ ਜਿਹੀ, ਤਾਂ ਧਰਨੇ ਲਾਉਣ ਬਹਿ ਜਾਂਦੇ ਆ। ਕੱਲ੍ਹ ਵੀ ਇਹ ਜਦੋਂ ਉੱਥੇ ਕਿਤੇ ਇਹ ਰੈਲੀ 'ਤੇ ਪਹੁੰਚਿਆ ਸੀ, ਉੱਥੇ ਵੀ ਟੀਚਰ ਜੋ ਪਹੁੰਚੇ ਸੀ, ਉਹਨਾਂ ਨੇ ਵਿਰੋਧ ਕੀਤਾ। ਉਹਨਾਂ ਦੇ ਖਿਲਾਫ ਵੀ ਕਹਿ ਰਿਹਾ ਸੀਗਾ ਕਿ ਇਹਨਾਂ ਦੇ ਇਹ ਕੰਮ ਹੀ, ਕਹਿੰਦਾ ਇਹਨਾਂ ਦੀ ਜੋ ਨਾਅਰੇ ਲਾਉਣ ਵਾਲੇ ਆ ਉਹ ਬੈਠੇ ਰਹਿਣ ਸਾਈਡ 'ਤੇ, ਮੈਂ ਬਾਅਦ 'ਚ ਗੱਲ ਕਰਦਾ। ਸੋ ਐਸੇ ਵਿਹਾਰ ਜਿਹੜੇ ਕਰਨੇ ਆ ਇਹਨਾਂ ਵੱਲੋਂ, ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ। ਨਿੰਦਾ ਕਰਦੇ ਅਸੀਂ ਇਹਨਾਂ ਨੂੰ। ਸੰਗਤ ਨੂੰ ਦੇਖਦੇ ਹੋਏ, ਸੰਗਤ ਨਾਲ ਬੈਠ ਕੇ, ਜੇ ਤੁਹਾਨੂੰ ਇੱਥੇ ਇਲੈਕਟਿਡ ਪਰਸਨਸ ਹੋ, ਤੁਸੀਂ ਇਲੈਕਟਿਡ ਕੀਤਾ ਗਿਆ ਤੁਹਾਨੂੰ ਐਜ਼ ਇਹ ਪਬਲਿਕ ਵੱਲੋਂ ਇਲੈਕਟਿਡ ਹੋ ਤੁਸੀਂ, ਜੇ ਉਹਨਾਂ ਦੀ ਤੁਸੀਂ ਗੱਲ ਨਹੀਂ ਗਾਂਹ ਰੱਖ ਸਕਦੇ, ਤਾਂ ਤੁਹਾਨੂੰ ਐਸੀ ਸੀਟ ਦਾ ਕੋਈ ਫਾਇਦਾ ਨਹੀਂ, ਔਰ ਤੁਸੀਂ ਇਸ ਦੇ ਕਾਬਿਲ ਵੀ ਹੈ ਨਹੀਂ, ਤੁਸੀਂ ਆਪ ਹੀ ਛੱਡ ਸਕਦੇ ਹੋ ਇਸ ਨੂੰ। ਤਾਂ ਇਹ ਸਨ ਐਡਵੋਕੇਟ ਗੁਰਸ਼ਰਨ ਸਿੰਘ ਧਾਲੀਵਾਲ, ਜਿਨ੍ਹਾਂ ਦੀ ਗੱਲਬਾਤ ਤੁਸੀਂ ਸੁਣੀ ਹੈ। ਜਥੇਦਾਰ ਹਵਾਰਾ ਦੇ ਨਾਲ ਮੁਲਾਕਾਤ ਕਰਕੇ ਪਹੁੰਚੇ ਨੇ, ਔਰ ਕੀ ਉਹਨਾਂ ਦਾ ਸੰਦੇਸ਼ ਹੈ ਕੌਮ ਨੂੰ, ਤੁਹਾਡੇ ਨਾਲ ਸਾਂਝਾ ਕੀਤਾ। ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਜਗਸੀਰ, ਮੈਂ ਮਨਪ੍ਰੀਤ ਸਿੰਘ, ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।